हाँ जी स्टूडेंट्स, ਹੁਣ ਆਪਾਂ ਕਰਨ ਲੱਗੇ ਆਂਗੇ ਟ੍ਰੈਂਡਸ ਇਨ ਪੋਪੂਲੇਸ਼ਨ ਚੇਂਜ ਕਿੱਦਾਂ ਹੁੰਦੀ ਹੈ, ਕਿਹੜੇ ਤਰੀਕੇ ਹੁੰਦੇ ਨੇ, ਕੀ ਗੱਲਬਾਤ ਹੁੰਦੀ ਹੈ। ਠੀਕ ਹੈ, ਉਹ ਸਾਰੀ ਚੀਜ਼ ਬਾਰੇ ਆਪਾਂ ਡਿਸਕਸ ਕਰਾਂਗੇ ਇਹਦੇ ਵਿੱਚ। The total population of the world at the time of the agricultural revolution was only 5 million। ਜਦੋਂ ਐਗਰੀਕਲਚਰਲ ਰੈਵੋਲੂਸ਼ਨ ਹੋਇਆ ਸੀਗਾ ਅੱਜ ਤੋਂ 10,000 ਸਾਲ ਪਹਿਲਾਂ, ਠੀਕ ਹੈ, ਉਦੋਂ ਆਪਣੇ ਪੂਰੇ ਵਰਲਡ ਦੀ ਪੋਪੂਲੇਸ਼ਨ ਕਿੰਨੀ ਸੀ? ਸਿਰਫ 5 ਮਿਲੀਅਨ। 5 ਮਿਲੀਅਨ 'ਚ ਕਿੰਨਾ ਹੁੰਦਾ ਬੱਚੇ? 50 ਲੱਖ। ਠੀਕ ਹੈ, it rose to about 500 million at the time of the industrial revolution around 1750। 1750 ਆਉਂਦੇ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋਇਆ, ਠੀਕ ਹੈ, ਉਦੋਂ ਪੋਪੂਲੇਸ਼ਨ ਹੋ ਗਈ 500 ਮਿਲੀਅਨ। ਠੀਕ ਹੈ, 10 ਗੁਣਾ ਵੱਧ ਗਈ। 10 ਗੁਣਾ ਨਹੀਂ, 100 ਗੁਣਾ ਵੱਧ ਗਈ। ਠੀਕ ਹੈ, 100 ਟਾਈਮਸ ਹੋ ਗਈ। ਪਹਿਲਾਂ 5 ਮਿਲੀਅਨ ਸੀ, ਫਿਰ 500 ਮਿਲੀਅਨ ਹੋ ਗਈ। ਠੀਕ ਹੈ, The advancements in the field of science and technology, especially healthcare, improved the quality of life। ਐਡਵਾਂਸਮੈਂਟਸ ਆ ਗਈਆਂ ਆਪਣੀ ਲਾਈਫ ਦੇ ਵਿੱਚ। ਠੀਕ ਹੈ, ਇਨ ਦਾ ਫੀਲਡ ਆਫ ਸਾਇੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਡਿਸਕਵਰ ਹੋਈਆਂ। ਠੀਕ ਹੈ, ਨਵੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਸਾਇੰਟਿਸਟਸ ਨੇ, ਅਤੇ ਟੈਕਨੋਲੋਜੀ ਨਵੀਂ ਆਈ। ਠੀਕ ਹੈ, ਸਪੈਸ਼ਲੀ ਹੈਲਥ ਕੇਅਰ ਇੰਪਰੂਵਡ ਦਾ ਕੁਆਲਿਟੀ ਆਫ ਲਾਈਫ। ਜਦੋਂ ਸਿਹਤ ਦੇ ਨਾਲ ਰਿਲੇਟਡ, ਠੀਕ ਹੈ, ਜਦੋਂ ਆਪਾਂ ਨੂੰ ਮੈਡੀਸਿਨ ਅਵੇਲੇਬਲ ਹੋ ਗਈ, ਜਦੋਂ ਮੈਡੀਸਿਨ ਦੇ ਨਾਲ ਆਪਣੀਆਂ ਟਰੀਟਮੈਂਟਸ ਅਵੇਲੇਬਲ ਹੋ ਗਈਆਂ, ਉਹ ਚੀਜ਼ ਨੇ ਆਪਣੀ ਲਾਈਫ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਇਨਕਰੀਜ਼ ਕਰਤਾ। ਠੀਕ ਹੈ, ਇਨੀਸ਼ੀਅਲੀ the growth was slow and the total population reached about 1000 million in 1820। ਗਰੋਥ ਫਿਰ ਵੀ ਥੋੜ੍ਹੀ ਬਹੁਤ ਸਲੋ ਰਹੀ, ਅਤੇ 1820 ਤੱਕ 70 ਸਾਲਾਂ ਦੇ ਵਿੱਚ ਦੁੱਗਣੀ ਹੋ ਗਈ। ਠੀਕ ਹੈ, ਪਾਪੂਲੇਸ਼ਨ 1000 ਮਿਲੀਅਨ ਹੋ ਗਈ। ਟੇਬਲ 9.1 ਸ਼ੋਜ਼ ਦ ਪਾਪੂਲੇਸ਼ਨ ਗਰੋਥ ਇਨ ਦਾ ਵਰਲਡ। 9.1 ਟੇਬਲ ਇਹ ਵਾਲਾ ਹੈ ਜਿਹੜਾ। ਠੀਕ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਪੂਲੇਸ਼ਨ ਜਿਹੜੀ ਹੈ ਆਪਣੀ ਸ਼ੋਅ ਕੀਤੀ ਹੋਈ ਹੈ, ਗਰੋਥ ਜਿਹੜੀ ਪਾਪੂਲੇਸ਼ਨ ਗਰੋਥ ਦੀ। The annual growth rate was about 1% in 1930, which increased to about 2% in 1960। ਐਨੂਅਲ ਗਰੋਥ ਰੇਟ ਕੀ ਸੀ ਬੱਚੇ? ਐਨੂਅਲ ਗਰੋਥ ਰੇਟ ਸੀਗਾ ਡਿਫਰੈਂਸ, ਇੱਥੇ ਪੜ੍ਹਿਆ ਸੀ ਨਾ ਆਪਾਂ ਨੇ, ਦਾ ਡਿਫਰੈਂਸ ਬਿਟਵੀਨ ਦ ਬਰਥ ਐਂਡ ਡੈਥ ਰੇਟਸ ਇਨ ਦਾ ਈਅਰ ਗਿਵਸ ਦਾ ਐਨੂਅਲ ਗਰੋਥ ਰੇਟ ਆਫ ਦਾ ਪਾਪੂਲੇਸ਼ਨ। ਇੱਕ ਸਾਲ ਦੇ ਵਿੱਚ ਬਰਥ ਰੇਟ ਅਤੇ ਡੈਥ ਰੇਟ ਦਾ ਜਿਹੜਾ ਡਿਫਰੈਂਸ ਹੈ ਉਹ ਆਪਾਂ ਨੂੰ ਐਨੂਅਲ ਗਰੋਥ ਰੇਟ ਬਾਰੇ ਦੱਸਦਾ ਸੀਗਾ। ਅਤੇ 1930 ਦੇ ਵਿੱਚ ਇਹ ਸਿਰਫ 1% ਸੀ। ਠੀਕ ਹੈ, ਜਿਹੜਾ ਇਨਕਰੀਜ਼ ਹੋ ਕੇ 2% ਹੋ ਗਿਆ 1960 ਦੇ ਵਿੱਚ। ਵਿਦ ਐਸ਼ੋਰਡ ਫੂਡ ਸਪਲਾਈ ਐਂਡ ਇੰਪਰੂਵਮੈਂਟ ਇਨ ਮੈਡੀਕਲ ਫੈਸਿਲਿਟੀਜ਼, ਪੀਪਲ ਬਿਗਨ ਟੂ ਲੀਡ ਹੈਲਦੀ ਲਾਈਫਸ। ਦੇਖੋ, ਜਦੋਂ ਵਧੀਆ ਕੁਆਲਿਟੀ ਦਾ ਫੂਡ ਸਪਲਾਈ ਹੋਣ ਲੱਗ ਗਿਆ ਉਹਨਾਂ ਨੂੰ, ਠੀਕ ਹੈ, ਅਤੇ ਵਧੀਆ ਇੰਪਰੂਵਮੈਂਟਸ ਹੋ ਗਈਆਂ ਮੈਡੀਕਲ ਫੈਸਿਲਿਟੀਜ਼ ਦੇ ਵਿੱਚ, ਲੋਕਾਂ ਨੂੰ ਵਧੀਆ ਹੈਲਦੀ ਲਾਈਫ ਜਿਉਣ ਵਾਸਤੇ ਮਤਲਬ ਸਾਧਨ ਮਿਲ ਗਏ। ਠੀਕ ਹੈ, ਦਿਸ ਲੀਡ ਟੂ ਐਨ ਇਨਕਰੀਜ਼ ਇਨ ਦਾ ਬਰਥ ਰੇਟ ਐਂਡ ਫਾਲ ਇਨ ਦਾ ਡੈਥ ਰੇਟ। ਇਹਦੇ ਨਾਲ ਬਰਥ ਰੇਟ ਇਨਕਰੀਜ਼ ਹੋ ਗਿਆ ਸੌਰੀ ਇਹਦੇ ਨਾਲ ਬਰਥ ਰੇਟ ਜਿਹੜਾ ਇਨਕਰੀਜ਼ ਹੋ ਗਿਆ ਅਤੇ ਡੈਥ ਰੇਟ ਘੱਟ ਗਈ। ਠੀਕ ਹੈ, ਇਟ ਇਜ਼ ਐਸਟੀਮੇਟਡ ਦੈਟ ਦਾ ਵਰਲਡਸ ਪਾਪੂਲੇਸ਼ਨ ਮੇ ਰੀਚ ਅਬਾਊਟ 8000 ਮਿਲੀਅਨ ਬਾਏ 2025। ਯਾਨੀ ਕਿ 2025 ਤੱਕ 8000 ਮਿਲੀਅਨ ਪਾਪੂਲੇਸ਼ਨ ਹੋ ਜੂਗੀ ਆਪਣੇ ਵਰਲਡ ਦੀ। ਠੀਕ ਹੈ ਬੱਚੇ। ਦਾ ਡਿਵੈਲਪਿੰਗ ਕੰਟਰੀਜ਼ ਆਰ ਟਰਾਈਂਗ ਟੂ ਚੈੱਕ ਦਾ ਰੈਪਿਡ ਪਾਪੂਲੇਸ਼ਨ ਗਰੋਥ। ਡਿਵੈਲਪਿੰਗ ਕੰਟਰੀਜ਼ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜੀ ਆਪਣੀ ਪਾਪੂਲੇਸ਼ਨ ਗਰੋਥ ਹੈ ਇੰਨੀ ਤੇਜ਼ ਕਿਉਂ ਹੈ, ਕੀ ਰੀਜ਼ਨ ਹੋ ਸਕਦਾ ਹੈ। ਇਨ ਦਾ ਲਾਸਟ 50 ਈਅਰਸ ਦਾ ਗਰੋਥ ਰੇਟ ਹੈਜ਼ ਡਿਕਲਾਈਨਡ ਸਲਾਈਟਲੀ। ਪਿਛਲੇ 50 ਸਾਲਾਂ ਦੇ ਵਿੱਚ ਜਿਹੜੀ ਗਰੋਥ ਰੇਟ ਹੈ ਉਹ ਥੋੜ੍ਹੀ ਬਹੁਤ ਘਟੀ ਹੈ, ਡਿਕਲਾਈਨ ਹੋਈ ਹੈ। ਠੀਕ ਹੈ, ਦਾ ਕਰੰਟ ਗਰੋਥ ਰੇਟ ਇਨ ਦਾ ਵਰਲਡ ਇਜ਼ ਅਬਾਊਟ 1.5%। ਅੱਜ ਦੇ ਮਤਲਬ ਸਮੇਂ ਜਿਹੜੀ ਕਰੰਟ ਗਰੋਥ ਰੇਟ ਹੈ ਉਹ ਅਬਾਊਟ ਮਤਲਬ ਕਿ 1.5% ਦੇ ਨੇੜੇ ਤੇੜੇ ਹੈ। ਠੀਕ ਹੈ, ਹਾਊਐਵਰ ਦਾ ਟਰੈਂਡ ਆਫ ਡਿਕਲਾਈਨਿੰਗ ਗਰੋਥ ਰੇਟ ਗ੍ਰੇਟਲੀ ਵੇਰੀਜ਼ ਬਿਟਵੀਨ ਡਿਵੈਲਪਡ ਐਂਡ ਅੰਡਰ ਡਿਵੈਲਪਡ ਨੇਸ਼ਨਸ। ਪਰ ਇਹ ਜਿਹੜੀ ਗਰੋਥ ਰੇਟ ਹੈ ਜਿਹੜੀ ਮਤਲਬ ਕਿ ਇਹਨਾਂ ਦੇ ਵਿੱਚ ਵੀ ਡਿਫਰੈਂਸ ਹੈ। ਡਿਵੈਲਪਿੰਗ ਕੰਟਰੀਜ਼ ਦਾ ਅਲੱਗ ਗਰੋਥ ਰੇਟ ਹੈ, ਡਿਵੈਲਪਡ ਕੰਟਰੀਜ਼ ਦਾ ਅਲੱਗ ਹੈ, ਅਤੇ ਅੰਡਰ ਡਿਵੈਲਪਿੰਗ ਦਾ ਜਾਂ ਅੰਡਰ ਡਿਵੈਲਪਡ ਨੇਸ਼ਨਸ ਨੇ ਜਿਹੜੇ ਉਹਨਾਂ ਦਾ ਗਰੋਥ ਰੇਟ ਹੈ ਉਹ ਜਿਹੜਾ ਡਿਫਰੈਂਟ ਹੈ। About 95% of the total increase of the world's population will be in developing countries during the next 25 years। ਮਤਲਬ ਕਿ ਜਿਹੜਾ ਨੈਕਸਟ 25 ਸਾਲਾਂ ਦੇ ਵਿੱਚ ਗਰੋਥ ਹੋਣੀ ਹੈ ਉਹਦੇ ਵਿੱਚੋਂ 95% ਕਿੱਥੇ ਗਰੋ ਕਰੂਗੀ ਪਾਪੂਲੇਸ਼ਨ? ਇਨ ਡਿਵੈਲਪਿੰਗ ਕੰਟਰੀਜ਼। ਸਿਰਫ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਹੀ 95% ਜਿਹੜੀ ਪਾਪੂਲੇਸ਼ਨ ਹੈ ਗਰੋ ਕਰ ਜਾਊਗੀ ਅਗਲੇ 25 ਸਾਲਾਂ ਦੇ ਵਿੱਚ। ਠੀਕ ਹੈ, ਮਾਈਗ੍ਰੇਸ਼ਨ ਆਫ ਪੀਪਲ ਫਰੋਮ ਵਨ ਕੰਟਰੀ ਟੂ ਦਾ ਅਦਰ ਕੰਟਰੀ ਔਰ ਵਿਦਿਨ ਦਾ ਸੇਮ ਕੰਟਰੀ ਆਲਸੋ ਇਨਫਲੂਐਂਸ ਦਾ ਚੇਂਜ ਇਨ ਪਾਪੂਲੇਸ਼ਨ। ਇੱਕ ਕੰਟਰੀ ਦੇ ਲੋਕਾਂ ਦਾ ਦੂਜੇ ਦੇਸ਼ਾਂ ਦੇ ਵਿੱਚ ਚਲੇ ਜਾਣਾ, ਠੀਕ ਹੈ, ਉਹ ਵੀ ਇਨਫਲੂਐਂਸ ਕਰਦਾ ਵੀ ਪਾਪੂਲੇਸ਼ਨ ਚੇਂਜ ਹੁੰਦੀ ਹੈ, ਕਿੰਨੀ ਪਾਪੂਲੇਸ਼ਨ ਵੱਧਦੀ ਹੈ, ਕਿੰਨੀ ਘਟਦੀ ਹੈ ਕਿਸੇ ਕੰਟਰੀ ਦੀ।
People usually migrate from the underdeveloped to the developed areas in search of better economic opportunities। मतलब ਜਿਹੜਾ ਕੋਈ ਹਾਲੇ ਡਿਵੈਲਪ ਹੋ ਰਿਹਾ ਕੰਟਰੀ, ਠੀਕ ਹੈ, ਜਾਂ ਕੋਈ ਅੰਡਰ ਡਿਵੈਲਪਡ ਹੈ ਹਾਲੇ, ਠੀਕ ਹੈ, ਉਹਦੇ ਤੋਂ ਲੋਕ ਡਿਵੈਲਪਡ ਕੰਟਰੀਜ਼ ਵੱਲ ਜਾ ਰਹੇ ਨੇ, ਮਾਈਗ੍ਰੇਟ ਕਰ ਰਹੇ ਨੇ। ਕਾਹਦੇ ਲਈ? ਵਧੀਆ ਓਪਰਚੁਨਿਟੀਜ਼ ਮਿਲਣ ਉਹਨਾਂ ਨੂੰ, ਐਮਪਲੋਇਮੈਂਟ ਦੀਆਂ ਵਧੀਆ, ਹੋਰ ਲਿਵਿੰਗ ਜਿਹੜੀ ਉਹਨਾਂ ਦੀ ਕੁਆਲਿਟੀ ਆਫ ਲਾਈਫ ਹੈ ਉਹ ਹੋਰ ਜ਼ਿਆਦਾ ਵਧੀਆ ਹੋ ਜੇ। The adverse conditions operating in rural areas such as unemployment, poverty, poor education and health facilities force people to migrate to cities। ਮਾੜੀਆਂ ਕੰਡੀਸ਼ਨਾਂ, ਠੀਕ ਹੈ, ਜਿਵੇਂ ਕਿ ਪਿੰਡਾਂ ਦੇ ਵਿੱਚ ਕੀ ਹੁੰਦਾ, ਅਨਐਮਪਲੋਇਮੈਂਟ ਹੁੰਦੀ ਹੈ, ਠੀਕ ਹੈ, ਪੂਅਰ ਐਜੂਕੇਸ਼ਨ ਹੁੰਦੀ ਹੈ ਅਤੇ ਹੈਲਥ ਫੈਸਿਲਿਟੀਜ਼ ਵਧੀਆ ਅਵੇਲੇਬਲ ਨਹੀਂ ਹੁੰਦੀਆਂ। ਇਹ ਫੋਰਸ ਕਰਦੀਆਂ ਨੇ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਕਰਨ ਦੇ ਲਈ। ਨੈਕਸਟ ਦੇਖੋ, ਪੋਪੂਲੇਸ਼ਨ ਕੰਪੋਜੀਸ਼ਨ। ਪੋਪੂਲੇਸ਼ਨ ਕੰਪੋਜੀਸ਼ਨ ਕੀ ਹੁੰਦੀ ਹੈ? ਕਿਸੇ ਵੀ ਚੀਜ਼ ਦੀ ਕੰਪੋਜੀਸ਼ਨ ਹੁੰਦੀ ਹੈ, ਉਹ ਕਿਸ ਪ੍ਰਕਾਰ ਦੀ ਚੀਜ਼ ਤੋਂ ਬਣੀ ਹੋਈ ਹੈ। ਪੋਪੂਲੇਸ਼ਨ ਕਿਹੜੀ ਚੀਜ਼ ਤੋਂ ਬਣੀ ਹੁੰਦੀ ਹੈ? ਦ ਪੋਪੂਲੇਸ਼ਨ ਕੰਪੋਜੀਸ਼ਨ ਰੈਫਰਸ ਟੂ ਦਾ ਸਟਰਕਚਰ ਆਫ ਦਾ ਪੋਪੂਲੇਸ਼ਨ। ਪੋਪੂਲੇਸ਼ਨ ਦਾ ਸਟਰਕਚਰ ਕਿੱਦਾਂ ਦਾ? ਏਜ, ਸੈਕਸ, ਲਿਟਰੇਸੀ ਐਂਡ ਆਕੂਪੇਸ਼ਨ ਆਰ ਸਮ ਆਫ ਦਾ ਕੰਪੋਨੈਂਟਸ ਆਫ ਦਾ ਪੋਪੂਲੇਸ਼ਨ ਕੰਪੋਜੀਸ਼ਨ। ਮਤਲਬ ਏਜ, ਕਿੰਨੀ ਏਜ ਦੇ ਕਿੰਨੇ ਲੋਕ ਕਿਸੇ ਪੋਪੂਲੇਸ਼ਨ ਦੇ ਵਿੱਚ ਹੈਗੇ ਨੇ, ਐਗਜ਼ਿਸਟ ਕਰਦੇ ਨੇ, ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਮੇਲ ਕਿੰਨੇ ਨੇ, ਫੀਮੇਲ ਕਿੰਨੇ ਨੇ, ਠੀਕ ਹੈ, ਉਹ ਚੀਜ਼ ਵੀ ਉਹਦੇ ਵਿੱਚ ਐਗਜ਼ਿਸਟ ਕਰਦੀ ਹੈ। ਲਿਟਰੇਸੀ, ਕਿੰਨੇ ਪੜ੍ਹੇ ਲਿਖੇ ਨੇ, ਕਿੰਨੇ ਅਨਪੜ੍ਹ ਨੇ। ਆਕੂਪੇਸ਼ਨ, ਕਿੰਨੇ ਲੋਕ ਜੋਬ ਕਰਦੇ ਨੇ, ਕਿੰਨੇ ਲੋਕਾਂ ਦਾ ਆਪਣਾ ਬਿਜ਼ਨਸ ਹੈ, ਕਿੰਨੇ ਲੋਕ ਪ੍ਰਾਈਵੇਟ ਜੋਬ ਕਰਦੇ ਨੇ, ਕਿੰਨੇ ਲੋਕ ਗਵਰਨਮੈਂਟ ਜੋਬ ਕਰਦੇ ਨੇ। ਇਹ ਵੀ ਚੀਜ਼ ਹੈ ਜਿਹੜੀ ਇਹ ਸਟਰਕਚਰ ਦਾ ਹਿੱਸਾ ਹੈ ਕੰਪੋਜੀਸ਼ਨ ਦਾ, ਠੀਕ ਹੈ। ਥੀਸ ਕੰਪੋਨੈਂਟਸ ਵੇਰੀ ਗ੍ਰੇਟਲੀ ਫਰੋਮ ਕੰਟਰੀ ਟੂ ਕੰਟਰੀ ਐਂਡ ਫਰੋਮ ਟਾਈਮ ਟੂ ਟਾਈਮ। ਸੋ ਇਹ ਜਿਹੜੇ ਕੰਪੋਨੈਂਟਸ ਨੇ ਹਰ ਇੱਕ ਜਗ੍ਹਾ ਤੋਂ ਜਗ੍ਹਾ ਅਤੇ ਟਾਈਮ ਟੂ ਟਾਈਮ ਬਦਲਦੇ ਰਹਿੰਦੇ ਨੇ ਹਰ ਇੱਕ ਦੇਸ਼ ਦੇ। ਫਸਟ ਆਪਾਂ ਪੜ੍ਹਦੇ ਹਾਂ ਏਜ ਕੰਪੋਜੀਸ਼ਨ। ਦਾ ਏਜ ਕੰਪੋਜੀਸ਼ਨ ਰੈਫਰਸ ਟੂ ਦਾ ਨੰਬਰ ਆਫ ਪੀਪਲ ਇਨ ਈਚ ਏਜ ਗਰੁੱਪ। ਈਚ ਏਜ ਗਰੁੱਪ, ਹੁਣ ਏਜ ਗਰੁੱਪਸ ਡਿਵਾਈਡ ਕੀਤੇ ਹੁੰਦੇ ਨੇ, ਠੀਕ ਹੈ। ਫੋਰ ਐਗਜ਼ਾਮਪਲ ਦਾ ਨੰਬਰ ਆਫ ਪੀਪਲ ਇਨ ਏਜ ਗਰੁੱਪ ਆਫ 0 to 4 years, 5 to 9 years ਐਂਡ ਸੋ ਔਨ, ਠੀਕ ਹੈ। ਜਨਰਲੀ ਮਤਲਬ ਪਾਪੂਲੇਸ਼ਨ ਜਿਹੜੀ ਡਿਵਾਈਡ ਕੀਤੀ ਜਾਂਦੀ ਹੈ ਉਹ 3 ਜਾਂ 4 ਏਜ ਗਰੁੱਪਸ ਹੁੰਦੇ ਨੇ, ਜਿਵੇਂ ਕਿ ਚਿਲਡਰਨ ਅਤੇ 3 ਹੁੰਦੇ ਨੇ ਜਨਰਲੀ, ਠੀਕ ਹੈ। ਚਿਲਡਰਨ, ਅਡਲਟਸ ਅਤੇ ਏਜਡ। ਚਿਲਡਰਨ ਦੇ ਵਿੱਚ ਆ ਜਾਂਦੇ ਨੇ 0 ਤੋਂ ਲੈ ਕੇ, ਮਤਲਬ ਜਿਹੜੇ ਨਿਊਲੀ ਬੋਰਨ ਬੇਬੀ ਨੇ ਉਹਨਾਂ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ, ਉਹਨਾਂ ਨੂੰ ਆਪਾਂ ਕਾਊਂਟ ਕਰਦੇ ਹਾਂ ਚਿਲਡਰਨ ਦੇ ਵਿੱਚ। ਅਡਲਟਸ ਦੇ ਵਿੱਚ ਆਪਾਂ ਕਾਊਂਟ ਕਰਦੇ ਹਾਂ 15 ਤੋਂ ਲੈ ਕੇ 59 ਈਅਰਸ ਦੇ ਵਿੱਚ ਵਿਚਾਲੇ ਵਾਲੇ, ਠੀਕ ਹੈ। ਏਜਡ ਜਿਹੜੀ ਕੈਟੇਗਰੀ ਆ ਉਹਦੇ ਵਿੱਚ ਆਪਾਂ ਰੱਖਦੇ ਹਾਂ 60 ਤੋਂ ਲੈ ਕੇ ਉਸ ਤੋਂ ਉੱਪਰ ਵਾਲੇ ਸਾਰੇ, ਠੀਕ ਹੈ। ਮਤਲਬ ਕਿ 3 ਕੈਟੇਗਰੀਜ਼ ਦੇ ਵਿੱਚ ਆਪਾਂ ਡਿਵਾਈਡ ਕਰ ਦਿੰਦੇ ਹਾਂ ਪਾਪੂਲੇਸ਼ਨ ਨੂੰ ਏਜ ਦੇ ਅਕੋਰਡਿੰਗ। ਏਜ ਸੈਕਸ ਪਿਰਾਮਿਡ ਆਲਸੋ ਨੋਨ ਐਜ਼ ਦਾ ਪਾਪੂਲੇਸ਼ਨ ਪਿਰਾਮਿਡ। ਜਿਹੜਾ ਇਹ ਪਿਰਾਮਿਡ ਹੈ ਇਹਨੂੰ ਆਪਾਂ ਪਾਪੂਲੇਸ਼ਨ ਪਿਰਾਮਿਡ ਵੀ ਕਹਿ ਦਿੰਦੇ ਹਾਂ, ਠੀਕ ਹੈ। ਹੈਲਪਸ ਅਸ ਟੂ ਅੰਡਰਸਟੈਂਡ ਦਾ ਪਾਪੂਲੇਸ਼ਨ ਕੰਪੋਜੀਸ਼ਨ ਆਫ ਐਨੀ ਕੰਟਰੀ। ਇਹ ਸਾਡੀ ਮਦਦ ਕਰਦਾ ਪਾਪੂਲੇਸ਼ਨ ਕੰਪੋਜੀਸ਼ਨ ਨੂੰ ਸਮਝਣ ਦੇ ਲਈ, ਕਿਸੇ ਵੀ ਦੇਸ਼ ਦੀ ਪਾਪੂਲੇਸ਼ਨ ਕੰਪੋਜੀਸ਼ਨ ਨੂੰ ਅੰਡਰਸਟੈਂਡ ਕਰਨ ਦੇ ਲਈ। ਇਟ ਟੈਲਸ ਅਸ ਅਬਾਊਟ ਦਾ ਡਿਸਟਰੀਬਿਊਸ਼ਨ ਆਫ ਮੇਲਸ ਐਂਡ ਫੀਮੇਲਸ ਇਨ ਡਿਫਰੈਂਟ ਏਜ ਗਰੁੱਪਸ। ਅਲੱਗ-ਅਲੱਗ ਏਜ ਗਰੁੱਪਸ ਦੇ ਵਿੱਚ ਮੇਲਸ ਕਿੰਨੇ ਨੇ, ਫੀਮੇਲਸ ਕਿੰਨੇ ਨੇ, ਉਹਨਾਂ ਨੂੰ ਅੰਡਰਸਟੈਂਡ ਕਰਨ ਵਾਸਤੇ ਆਪਾਂ ਨੂੰ ਇਹ ਚੀਜ਼ ਵਧੀਆ ਹੈਲਪ ਕਰਦੀ ਹੈ। ਇਫ ਦਾ ਡੈਥ ਰੇਟ ਐਜ਼ ਵੈਲ ਐਜ਼ ਦਾ ਬਰਥ ਰੇਟ ਆਰ ਹਾਈ ਦੈਨ ਦਾ ਪਾਪੂਲੇਸ਼ਨ ਪਿਰਾਮਿਡ ਇਜ਼ ਬਰੋਡ ਐਟ ਦਾ ਬੇਸ ਐਂਡ ਟੇਪਰਿੰਗ ਟੂਵਰਡਸ ਦਾ ਟੋਪ। ਜੇਕਰ ਕਿਸੇ ਜਗ੍ਹਾ ਦੀ, ਕਿਸੇ ਕੰਟਰੀ ਦੀ ਡੈਥ ਰੇਟ ਵੀ ਜ਼ਿਆਦਾ ਹੈ ਅਤੇ ਬਰਥ ਰੇਟ ਵੀ ਜ਼ਿਆਦਾ ਹੈ, ਠੀਕ ਹੈ, ਤਾਂ ਪਾਪੂਲੇਸ਼ਨ ਜਿਹੜਾ ਪਿਰਾਮਿਡ ਬਣਾਉਂਦੇ ਆਪਾਂ ਉਹਦਾ ਬੇਸ ਜਿਹੜਾ ਥੋੜ੍ਹਾ ਜਿਹਾ ਚੌੜਾ ਹੋਊਗਾ ਅਤੇ ਉੱਪਰ ਨੂੰ ਆਉਂਦੇ ਆਉਂਦੇ ਉਹ ਘਟਦਾ ਜਾਊਗਾ, ਠੀਕ ਹੈ। ਦਿਸ ਟਾਈਪ ਆਫ ਪਾਪੂਲੇਸ਼ਨ ਪਿਰਾਮਿਡ ਰਿਪ੍ਰੈਜੈਂਟਸ ਦਾ ਪਾਪੂਲੇਸ਼ਨ ਆਫ ਅੰਡਰ ਡਿਵੈਲਪਡ ਕੰਟਰੀਜ਼। ਇੱਦਾਂ ਦਾ ਜਿਹੜਾ ਪਿਰਾਮਿਡ ਪਾਪੂਲੇਸ਼ਨ ਪਿਰਾਮਿਡ ਹੈ ਉਹ ਰਿਪ੍ਰੈਜੈਂਟ ਕਰਦਾ ਹੈ ਅੰਡਰ ਡਿਵੈਲਪਡ ਕੰਟਰੀਜ਼ ਦੇ ਪਾਪੂਲੇਸ਼ਨ ਨੂੰ। The pyramid shows that although the birth rates are high, still many children die in their infancy and thus very few people reach old age। ਇੱਦਾਂ ਦਾ ਪਿਰਾਮਿਡ ਇਹ ਸ਼ੋਅ ਕਰਦਾ ਹੈ ਕਿ ਜਿਹੜੀ ਬੇਸ਼ੱਕ ਬਰਥ ਰੇਟ ਬਹੁਤ ਜ਼ਿਆਦਾ ਹੈ, ਠੀਕ ਹੈ, ਪਰ ਬਹੁਤ ਸਾਰੇ ਬੱਚੇ ਆਪਣੇ ਛੋਟੀ ਉਮਰ ਦੇ ਵਿੱਚ ਹੀ ਮਤਲਬ ਉਹਨਾਂ ਦੀ ਡੈਥ ਹੋ ਜਾਂਦੀ ਹੈ ਅਤੇ ਜਿਹਦੀ ਵਜ੍ਹਾ ਕਰਕੇ ਬਹੁਤ ਘੱਟ ਲੋਕ ਆਪਣੀ ਓਲਡ ਏਜ ਤੱਕ ਪਹੁੰਚ ਪਾਉਂਦੇ ਨੇ, ਠੀਕ ਹੈ। ਇਫ ਦਾ ਬਰਥ ਰੇਟ ਐਂਡ ਡੈਥ ਰੇਟ ਆਰ ਲੋ ਦੈਨ ਦਾ ਪਾਪੂਲੇਸ਼ਨ ਪਿਰਾਮਿਡ ਇਜ਼ ਨੈਰੋ ਐਟ ਦਾ ਬੇਸ। ਦਿਸ ਟਾਈਪ ਆਫ ਪਾਪੂਲੇਸ਼ਨ ਪਿਰਾਮਿਡ ਰਿਪ੍ਰੈਜੈਂਟਸ ਦਾ ਪਾਪੂਲੇਸ਼ਨ ਆਫ ਡਿਵੈਲਪਡ ਕੰਟਰੀਜ਼। ਜੇਕਰ ਬਰਥ ਰੇਟ ਅਤੇ ਡੈਥ ਰੇਟ ਦੋਨੇ ਲੋ ਹੋਣ, ਠੀਕ ਹੈ, ਤਾਂ ਪਾਪੂਲੇਸ਼ਨ ਪਿਰਾਮਿਡ ਨੀਚੇ ਘੱਟ ਚੌੜਾ ਹੋਊਗਾ, ਨੈਰੋ ਹੋਊਗਾ, ਠੀਕ ਹੈ। ਨੈਰੋ ਦਾ ਓਪੋਜ਼ਿਟ ਹੁੰਦਾ ਵਾਈਡ, ਠੀਕ ਹੈ, ਵਾਈਡ ਦਾ ਮਤਲਬ ਚੌੜਾ, ਠੀਕ ਹੈ। ਇਸ ਚੀਜ਼ ਤੋਂ ਯਾਦ ਰੱਖਣਾ ਤੁਸੀਂ ਨੇ। ਅਤੇ ਇੱਦਾਂ ਦਾ ਪਾਪੂਲੇਸ਼ਨ ਪਿਰਾਮਿਡ ਹੈ ਉਹ ਰਿਪ੍ਰੈਜੈਂਟ ਕਰਦਾ ਹੈ ਡਿਵੈਲਪਡ ਕੰਟਰੀਜ਼ ਦੀ ਪਾਪੂਲੇਸ਼ਨ ਨੂੰ। ਦਾ ਪਿਰਾਮਿਡ ਸ਼ੋਜ਼ ਦੈਟ ਦਾ ਡਿਕਰੀਜ਼ ਇਨ ਡੈਥ ਰੇਟਸ ਅਲਾਓ ਮੋਰ ਪੀਪਲ ਟੂ ਰੀਚ ਓਲਡ ਏਜ। ਹੁਣ ਇੱਦਾਂ ਦਾ ਪਿਰਾਮਿਡ ਇਹ ਸ਼ੋਅ ਕਰਦਾ ਵੀ ਜੇਕਰ ਡੈਥ ਰੇਟ ਘੱਟ ਹੈ, ਠੀਕ ਹੈ, ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਓਲਡ ਏਜ ਤੱਕ ਪਹੁੰਚ ਪਾਉਂਦੇ ਨੇ, ਠੀਕ ਹੈ।
Figure 9.4 shows the population pyramid of developing countries. It shows that due to decrease in birth and death rates, the base of the pyramid has become less broad as in the case of developed countries. 9.4 ਦੇ ਵਿੱਚ ਦੇਖੋ ਇੰਡੀਆ ਦੀ ਗੱਲ ਹੈ, ਡਿਵੈਲਪਿੰਗ ਕੰਟਰੀ ਆਪਣਾ ਇੰਡੀਆ, ਠੀਕ ਹੈ। ਇੱਥੇ ਕੀ ਮਤਲਬ ਕਿ ਬਰਥ ਰੇਟ ਦੇ ਵਿੱਚ ਮਤਲਬ ਕਿ ਡਿਕਰੀਜ਼ ਹੈ, ਠੀਕ ਹੈ, ਅਤੇ ਡੈਥ ਰੇਟ ਦੇ ਵਿੱਚ ਵੀ ਡਿਕਰੀਜ਼ ਹੈ। ਸੋ ਜਿਹੜਾ ਬੇਸ ਹੈ ਪਿਰਾਮਿਡ ਦਾ, ਜਿਹੜਾ ਬੇਸ ਹੈ ਨਾ ਪਿਰਾਮਿਡ ਦਾ, ਉਹ ਥੋੜ੍ਹਾ ਜਿਹਾ ਘੱਟ ਚੌੜਾ ਹੈ, ਲੈਸ ਬਰੋਡ ਹੈ, ਅਤੇ ਮਤਲਬ ਕਿ ਕਿਹਦੇ ਵਰਗਾ, ਜਿਵੇਂ ਕਿ ਡਿਵੈਲਪਡ ਕੰਟਰੀਜ਼ ਦੇ ਵਿੱਚ ਹੁੰਦਾ ਹੈ। ਦੇਅਰ ਆਰ ਟੂ ਗਰੁੱਪਸ ਆਫ ਪੀਪਲ ਹੂ ਆਰ ਟਰੀਟਡ ਐਜ਼ ਡਿਪੈਂਡੈਂਟਸ, ਦੋਜ਼ ਬਿਲੋ 14 years of age and those who are 60 years and above. People in the age group 15 to 59 years are the working population and are considered economically active. Migration of people also affects the age composition. ਹੁਣ ਦੇਖੋ ਇਹਦੇ ਵਿੱਚ ਕੀ ਹੈ, ਦੋ ਏਜ ਗਰੁੱਪਸ ਨੇ ਜਿਨ੍ਹਾਂ ਨੂੰ ਮਤਲਬ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਡਿਪੈਂਡੈਂਟਸ ਨੇ, ਠੀਕ ਹੈ, ਜਿਹੜੇ 14 ਸਾਲ ਤੋਂ ਥੱਲੇ ਵਾਲੇ ਨੇ, ਠੀਕ ਹੈ, ਅਤੇ ਜਿਹੜੇ 14 ਤੋਂ ਉੱਤੇ ਯਾਨੀ ਕਿ 15 ਤੋਂ ਲੈ ਕੇ 59 ਈਅਰਸ ਵਾਲੇ ਨੇ, ਉਹੀ ਜ਼ਿਆਦਾ ਮਤਲਬ ਕਿ ਉਹਨਾਂ ਦੇ ਸਿਰ 'ਤੇ ਹੀ ਦੇਸ਼ ਦੀ ਇਕੋਨਮੀ ਰਨ ਕਰਦੀ ਹੈ। ਆਪਾਂ ਕਹਿ ਸਕਦੇ ਹਾਂ ਵੀ 15 ਸਾਲ ਤੋਂ ਲੈ ਕੇ 60 ਸਾਲ ਤੱਕ ਕੋਈ ਵੀ ਪਰਸਨ ਕਮਾਉਂਦਾ ਹੈ ਤਾਂ ਉਹ ਆਪਣੀ ਕਮਾਈ ਦੇ ਵਿੱਚੋਂ ਥੋੜ੍ਹਾ ਬਹੁਤ ਕੰਟਰੀਬਿਊਟ ਕਰਦਾ ਹੈ, ਟੈਕਸਿਸ ਦੇ ਵਿੱਚ ਪੇ ਕਰਦਾ ਹੈ, ਠੀਕ ਹੈ। ਸੋ ਇਹ ਚੀਜ਼ ਇਹ ਹੈ ਵੀ 15 to 59 ਏਜ ਗਰੁੱਪ ਹੈ ਜਿਹੜਾ, ਉਹੀ ਜ਼ਿਆਦਾ ਮਤਲਬ ਕਿ ਇਕਨੋਮਿਕਲੀ ਰਨ ਕਰਦਾ ਹੈ ਕੋਈ ਵੀ ਕੰਟਰੀ ਨੂੰ। ਡਿਪੈਂਡੈਂਟਸ ਕਿਹੜੇ ਨੇ, 14 ਸਾਲ ਤੋਂ ਘੱਟ ਵਾਲੇ ਅਤੇ 60 ਸਾਲ ਤੋਂ ਉੱਤੇ ਵਾਲੇ, ਠੀਕ ਹੈ, ਉਹ ਡਿਪੈਂਡ ਕਰਦੇ ਨੇ ਕਿਸੇ ਹੋਰ 'ਤੇ। 60 ਸਾਲ ਤੋਂ ਉੱਤੇ ਕੋਈ ਵੀ ਪਰਸਨ ਕੰਮ ਨਹੀਂ ਕਰ ਸਕਦਾ, ਠੀਕ ਹੈ, ਕੰਮ ਕਰ ਤਾਂ ਸਕਦਾ ਹੈ ਬਟ ਮਤਲਬ ਓਨੀ ਕਪੈਸਿਟੀ ਨਾਲ ਨਹੀਂ ਕਰ ਸਕਦਾ ਕਿ ਉਹ ਆਪਣਾ ਫੁੱਲ ਐਫੀਸ਼ੀਐਂਟਲੀ ਤੌਰ 'ਤੇ ਹੈ ਨਾ ਕੰਮ ਕਰਕੇ ਆਪਣਾ ਕਮਾ ਸਕੇ। ਸੋ ਉਹਨਾਂ ਨੂੰ ਡਿਪੈਂਡੈਂਟਸ ਦੇ ਵਿੱਚ ਰੱਖਿਆ ਗਿਆ। ਸੈਕਸ ਰੇਸ਼ੋ, the ratio between the males and females is known as sex ratio. It is represented as the number of females per 1000 males. ਰੇਸ਼ੋ ਕੱਢੀ ਜਾਂਦੀ ਹੈ ਵੀ ਮੇਲਸ ਅਤੇ ਫੀਮੇਲਸ ਦੀ, ਠੀਕ ਹੈ, ਉਹਨੂੰ ਸੈਕਸ ਰੇਸ਼ੋ ਕਿਹਾ ਜਾਂਦਾ ਹੈਗਾ। ਵੈਸੇ ਹੁੰਦਾ ਕੀ ਹੈਗਾ, ਜੇਕਰ 1000 ਬੱਚੇ ਜਨਮ ਲੈਂਦੇ ਨੇ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਹੁੰਦਾ ਹੈਗਾ ਵੀ 1000 ਬੱਚਿਆਂ ਦੇ ਪਿੱਛੇ ਫੀਮੇਲਸ ਕਿੰਨੀਆਂ ਜਨਮ ਲੈਂਦੀਆਂ ਨੇ, ਠੀਕ ਹੈ, ਉਹ ਚੀਜ਼ ਹੈ। 1000 ਜੇ ਮੇਲ ਜਨਮ ਲੈਂਦੇ ਨੇ, ਠੀਕ ਹੈ, ਤਾਂ ਉਹਨਾਂ ਦੇ ਮਤਲਬ ਬਰਾਬਰ ਗਰਲਜ਼ ਕਿੰਨੀਆਂ ਜੰਮਦੀਆਂ ਨੇ, ਠੀਕ ਹੈ, ਉਹ ਹੁੰਦਾ ਸੈਕਸ ਰੇਸ਼ੋ ਕਿਸੇ ਵੀ ਜਗ੍ਹਾ ਦਾ। ਜਨਰਲੀ ਇਟ ਸ਼ੁੱਡ ਬੀ ਬੈਲੈਂਸਡ ਬਟ ਇਟ ਹੈਜ਼ ਬੀਨ ਨੋਟਿਸਡ ਦੈਟ ਮੇਲ ਬਰਥਸ ਐਕਸੀਡ ਫੀਮੇਲ ਬਰਥਸ ਇਨ ਆਲਮੋਸਟ ਆਲ ਸੁਸਾਇਟੀਜ਼ ਡਿਊ ਟੂ ਬਾਇਓਲੋਜੀਕਲ ਰੀਜਨਸ। ਹਾਲਾਂਕਿ ਇਹ ਚੀਜ਼ ਬਰਾਬਰ ਹੋਣੀ ਚਾਹੀਦੀ ਹੈ ਜਾਂ ਨੇੜੇ ਤੇੜੇ ਹੋਣੀ ਚਾਹੀਦੀ ਹੈ, ਪਰ ਕੁਛ ਬਾਇਓਲੋਜੀਕਲ ਰੀਜਨਸ ਨੇ ਜਿਹਦੇ ਕਰਕੇ ਬਹੁਤ ਸਾਰੇ ਏਰੀਆਜ਼ ਦੇ ਵਿੱਚ ਗਰਲਜ਼ ਦੀ ਗਿਣਤੀ ਘੱਟ ਹੈ। ਇਨ ਅੰਡਰ ਡਿਵੈਲਪਡ ਕੰਟਰੀਜ਼ ਦਾ ਸੈਕਸ ਰੇਸ਼ੋ ਇਜ਼ ਆਫਨ ਅਨਫੇਵਰੇਬਲ ਟੂ ਫੀਮੇਲਜ਼। ਮਤਲਬ ਕਿ ਕੀ ਹੈਗਾ, ਅੰਡਰ ਡਿਵੈਲਪਡ ਕੰਟਰੀਜ਼ ਨੇ ਜਿਹੜੇ, ਠੀਕ ਹੈ, ਉਹਦੇ ਵਿੱਚ ਫੀਮੇਲਸ ਦੇ ਅਨਫੇਵਰੇਬਲ ਹੁੰਦੀ ਹੈ ਸੈਕਸ ਰੇਸ਼ੋ, ਠੀਕ ਹੈ, ਯਾਨੀ ਕਿ ਫੀਮੇਲਸ ਦੀ ਗਿਣਤੀ ਘੱਟ ਹੁੰਦੀ ਹੈ। ਦਿਸ ਇਜ਼ ਡਿਊ ਟੂ ਹਾਈ ਫੀਮੇਲ ਮੋਰਟੈਲਿਟੀ ਇਨ ਮੈਨੀ ਪਾਰਟਸ ਆਫ ਦਾ ਵਰਲਡ। ਦਾ ਮੇਲਜ਼ ਮਾਈਗਰੇਟ ਇਨ ਸਰਚ ਆਫ ਵਰਕ ਐਂਡ ਦਿਸ ਆਲਸੋ ਡਿਸਟਰਬਸ ਦਾ ਸੈਕਸ ਰੇਸ਼ੋ। ਬਹੁਤ ਸਾਰੀ ਔਰਤਾਂ ਦੀ ਮਤਲਬ ਫੀਮੇਲਸ ਦੀ ਡੈਥ ਵੀ ਇਸ ਚੀਜ਼ ਨੂੰ ਵਜ੍ਹਾ ਬਣਦੀ ਹੈ ਇਸ ਚੀਜ਼ ਦੀ। ਪਰ ਬਹੁਤ ਸਾਰੇ ਜਿਹੜੇ ਇੱਦਾਂ ਦੇ ਦੇਸ਼ ਵੀ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਮੇਲਸ ਨੇ ਜਿਹੜੇ ਉਹ ਮਾਈਗਰੇਟ ਕਰ ਜਾਂਦੇ ਨੇ ਕੰਮ ਦੀ ਤਲਾਸ਼ ਦੇ ਵਿੱਚ, ਇੰਪਲੋਇਮੈਂਟ ਦੀ ਤਲਾਸ਼ ਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਾਂ ਹੋਰ ਏਰੀਆਜ਼ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਕਿਸੇ ਏਰੀਆ ਦੀ, ਕਿਸੇ ਕੰਟਰੀ ਦੀ ਸੈਕਸ ਰੇਸ਼ੋ ਮਤਲਬ ਡਿਸਟਰਬ ਹੁੰਦੀ ਹੈ, ਠੀਕ ਹੈ। ਦਸ ਇਟ ਹੈਜ਼ ਬੀਨ ਓਬਜ਼ਰਵਡ ਦੈਟ ਇਨ ਮੈਨੀ ਯੂਰੋਪੀਅਨ ਕੰਟਰੀਜ਼, ਅਫਰੀਕਾ ਐਜ਼ ਵੈਲ ਐਜ਼ ਕੇਰਲਾ, ਇਨ ਇੰਡੀਆ ਦਾ ਨੰਬਰ ਆਫ ਫੀਮੇਲਜ਼ ਆਰ ਮੋਰ ਦੈਨ ਦਾ ਨੰਬਰ ਆਫ ਮੇਲਜ਼। ਸੋ ਇਹਦੀ ਵਜ੍ਹਾ ਕਰਕੇ ਕੁਛ ਜਿਹੜੇ ਇੱਦਾਂ ਦੇ ਏਰੀਆਜ਼ ਨੇ, ਕੁਛ ਯੂਰੋਪੀਅਨ ਕੰਟਰੀਜ਼ ਨੇ, ਅਫਰੀਕਾ ਦੇ ਵਿੱਚ, ਠੀਕ ਹੈ, ਅਤੇ ਕੇਰਲਾ ਦੇ ਵਿੱਚ ਵੀ, ਠੀਕ ਹੈ, ਨੰਬਰ ਆਫ ਫੀਮੇਲਸ ਨੇ ਜਿਹੜੀਆਂ ਜ਼ਿਆਦਾ ਨੇ ਮੇਲਸ ਦੇ ਨਾਲੋਂ, ਕਿਉਂਕਿ ਉੱਥੋਂ ਦੇ ਜਿਹੜੇ ਮੇਲਸ ਨੇ ਉਹ ਮਾਈਗਰੇਟ ਕਰਕੇ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਨੇ ਕੰਮ ਦੀ ਤਲਾਸ਼ ਦੇ ਵਿੱਚ। ਨੈਕਸਟ ਹੈਗਾ ਆਪਣਾ ਲਿਟਰੇਸੀ। ਪੀਪਲ ਆਰ ਨੋਟ ਇਕੁਅਲੀ ਐਜੂਕੇਟਡ ਇਨ ਐਵਰੀ ਪਾਰਟ ਆਫ ਦਾ ਵਰਲਡ। ਹਰ ਇੱਕ ਹਿੱਸੇ ਦੇ ਵਿੱਚ, ਵਰਲਡ ਦੇ ਹਰ ਇੱਕ ਹਿੱਸੇ ਦੇ ਵਿੱਚ ਲੋਕ ਬਰਾਬਰ ਆਪਾਂ ਕਹਿ ਸਕਦੇ ਹਾਂ ਪੜ੍ਹੇ ਲਿਖੇ ਨਹੀਂ ਹੈਗੇ, ਸਾਰੇ ਹਰ ਇੱਕ ਥਾਂ 'ਤੇ ਪੜ੍ਹੇ ਲਿਖੇ ਨਹੀਂ ਹੁੰਦੇ। ਮੇਜਰ ਫੈਕਟਰਸ ਵਿੱਚ ਅਫੈਕਟ ਦਾ ਲਿਟਰੇਸੀ ਰੇਟ ਆਰ ਦਾ ਲੈਵਲਸ ਆਫ ਇਕਨੋਮਿਕ ਡਿਵੈਲਪਮੈਂਟ। ਬਹੁਤ ਸਾਰੇ ਫੈਕਟਰਸ ਜਿਹੜੇ ਅਫੈਕਟ ਕਰਦੇ ਨੇ ਲਿਟਰੇਸੀ ਰੇਟ ਕਿਸੇ ਜਗ੍ਹਾ ਦਾ, ਠੀਕ ਹੈ, ਉਹ ਹੈਗੇ ਨੇ ਉੱਥੋਂ ਦਾ ਇਕਨੋਮਿਕ ਡਿਵੈਲਪਮੈਂਟ ਦਾ ਲੈਵਲ, ਅਰਬਨਾਈਜੇਸ਼ਨ, ਸਟੈਂਡਰਡ ਆਫ ਲਿਵਿੰਗ, ਸੋਸ਼ਲ ਸਟੇਟਸ ਆਫ ਵੂਮੈਨ, ਅਵੇਲੇਬਿਲਿਟੀ ਆਫ ਐਜੂਕੇਸ਼ਨਲ ਫੈਸਿਲਿਟੀਜ਼, ਗਵਰਨਮੈਂਟ ਪੋਲਿਸੀਜ਼।
ਹੁਣ ਇਕਨੋਮਿਕ ਡਿਵੈਲਪਮੈਂਟ ਕਿੱਥੇ ਕਿੰਨੀ ਕੁ ਹੋਈ ਹੈ ਉਸ ਜਗ੍ਹਾ ਦੇ ਵਿੱਚ, ਪ੍ਰੋਪਰ ਸਕੂਲ ਹੈਗੇ ਨੇ ਜਾਂ ਨਹੀਂ ਹੈਗੇ, ਉੱਥੋਂ ਦੇ ਲੋਕ ਪੜ੍ਹੇ ਲਿਖੇ ਕਿੰਨੇ ਨੇ, ਉੱਥੋਂ ਦੇ ਲੋਕ ਮਤਲਬ ਉਹਨਾਂ ਦਾ ਮੈਂਟੈਲਿਟੀ ਲੈਵਲ ਕਿੱਦਾਂ ਦਾ, ਉਹ ਬੱਚਿਆਂ ਨੂੰ ਪੜ੍ਹਾ ਕੇ ਖੁਸ਼ ਨੇ ਜਾਂ ਨਹੀਂ ਹੈਗੇ, ਠੀਕ ਹੈ। ਉੱਥੋਂ ਦਾ ਲਿਵਿੰਗ ਸਟੈਂਡਰਡ ਇਸ ਚੀਜ਼ ਨੂੰ ਪ੍ਰਭਾਵਿਤ ਕਰਦਾ ਕਿ ਨਹੀਂ ਕਰਦਾ। ਸੋਸ਼ਲ ਸਟੇਟਸ, ਔਰਤਾਂ ਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਹੈ ਜਾਂ ਨਹੀਂ, ਠੀਕ ਹੈ। ਅਤੇ ਸਰਕਾਰ ਦੀਆਂ ਕੀ ਪੋਲਿਸੀਜ਼ ਨੇ, ਅਤੇ ਕਿੱਦਾਂ ਦੀਆਂ ਐਜੂਕੇਸ਼ਨਲ ਫੈਸਿਲਿਟੀਜ਼ ਜਿਹੜੀਆਂ ਨੇ ਉੱਥੇ ਪ੍ਰੋਵਾਈਡ ਕਰਾਉਂਦੀ ਹੈ ਸਰਕਾਰ ਜਾਂ ਨਹੀਂ, ਠੀਕ ਹੈ। ਇਸ ਚੀਜ਼ ਦੇ ਉੱਤੇ ਲਿਟਰੇਸੀ ਰੇਟ ਜਾਂ ਕਿਸੇ ਜਗ੍ਹਾ ਦਾ ਇਹ ਚੀਜ਼ ਡਿਪੈਂਡ ਕਰਦੀ ਹੈ ਵੀ ਉੱਥੋਂ ਦੇ ਲੋਕ ਕਿੰਨੇ ਪੜ੍ਹੇ ਲਿਖੇ ਨੇ। ਤਾਂ ਲਿਟਰੇਸੀ ਰੇਟ ਇਜ਼ ਹਾਇਰ ਇਨ ਅਰਬਨ ਏਰੀਆਜ਼ ਦੈਨ ਇਨ ਰੂਰਲ ਏਰੀਆਜ਼। ਪਿੰਡਾਂ ਨਾਲੋਂ ਸ਼ਹਿਰਾਂ ਦੇ ਲੋਕ ਜ਼ਿਆਦਾ ਲਿਟਰੇਟਡ ਹੁੰਦੇ ਨੇ, ਠੀਕ ਹੈ, ਜ਼ਿਆਦਾ ਲਿਟਰੇਸੀ ਰੇਟ ਹੁੰਦੀ ਹੈ ਸ਼ਹਿਰਾਂ ਦੀ। ਇਟ ਇਜ਼ ਆਲਸੋ ਮੋਰ ਅਮੰਗ ਦਾ ਮੇਲਸ ਦੈਨ ਦਾ ਫੀਮੇਲਸ। ਮਤਲਬ ਜੇ ਆਪਾਂ ਗੱਲ ਕਰੀਏ ਸ਼ਹਿਰਾਂ ਦੀ, ਤਾਂ ਸ਼ਹਿਰਾਂ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ, ਪਰ ਜੇ ਆਪਾਂ ਉੱਥੇ ਵੀ ਕੰਪੇਅਰ ਕਰੀਏ ਤਾਂ ਮੇਲ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ, ਠੀਕ ਹੈ। ਜ਼ਿਆਦਾ ਪੜ੍ਹੇ ਲਿਖੇ ਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਵੱਡੀ ਡਿਗਰੀ ਕਰ ਜਾਣਗੇ, ਮਤਲਬ ਜਿਹੜੇ ਮੇਲਸ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਹਾਂ ਇਹਨਾਂ ਦਾ ਪੜ੍ਹਨਾ ਜ਼ਰੂਰੀ ਹੈ, ਔਰਤਾਂ ਨੂੰ ਓਨਾ ਜ਼ਿਆਦਾ ਪੜ੍ਹਾਇਆ ਨਹੀਂ ਜਾਂਦਾ। ਲਿਟਰੇਸੀ ਇਨਫਲੂਐਂਸਿਸ ਦਾ ਸੋਸ਼ਲ ਐਂਡ ਇਕਨੋਮਿਕ ਡਿਵੈਲਪਮੈਂਟ। ਲਿਟਰੇਸੀ ਕੀ ਕਰਦੀ ਹੈ, ਜਿਹੜੀ ਕਿਸੇ ਵੀ ਕੰਟਰੀ ਦੀ, ਕਿਸੇ ਵੀ ਏਰੀਆ ਦੀ ਸੋਸ਼ਲ ਅਤੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਓਨਾ ਹੀ ਮਤਲਬ ਉਹਦਾ ਇਨਫਲੂਐਂਸ ਹੁੰਦਾ, ਓਨਾ ਹੀ ਪ੍ਰਭਾਵ ਪੈਂਦਾ ਇਸ ਚੀਜ਼ ਦਾ। ਪਾਪੂਲੇਸ਼ਨ ਗਰੋਥ ਐਂਡ ਡਿਵੈਲਪਮੈਂਟ। ਪਾਪੂਲੇਸ਼ਨ ਗਰੋਥ ਅਤੇ ਡਿਵੈਲਪਮੈਂਟ ਬਾਰੇ ਪੜ੍ਹਦੇ ਹਾਂ। ਦਾ ਰੇਟ ਆਫ ਪਾਪੂਲੇਸ਼ਨ ਗਰੋਥ ਅਫੈਕਟਸ ਦਾ ਇਕਨੋਮਿਕ ਐਂਡ ਸੋਸ਼ਲ ਸਟੇਟਸ ਆਫ ਦਾ ਕੰਟਰੀ। ਹੁਣ ਦੇਖੋ, ਜਿੰਨੀ ਜ਼ਿਆਦਾ ਪਾਪੂਲੇਸ਼ਨ ਗਰੋਥ ਹੋਊਗੀ ਕਿਸੇ ਕੰਟਰੀ ਦੀ, ਉਹ ਅਫੈਕਟ ਕਰਦੀ ਹੈ ਇਕਨੋਮਿਕ ਅਤੇ ਸੋਸ਼ਲ ਸਟੇਟਸ ਕੰਟਰੀ ਦਾ। ਜੇਕਰ ਉੱਥੇ ਜ਼ਿਆਦਾ ਪੜ੍ਹੇ ਲਿਖੇ ਹੋਣਗੇ, ਜ਼ਿਆਦਾ ਸਕਿਲਡ ਲੋਕ ਹੋਣਗੇ, ਤਾਂ ਉੱਥੋਂ ਦੀ ਇਕਨੋਮਿਕ ਡਿਵੈਲਪਮੈਂਟ, ਉਸ ਕੰਟਰੀ ਦੀ ਡਿਵੈਲਪਮੈਂਟ ਓਬਵੀਅਸ ਹੈ ਹੋਊਗੀ। ਜੇਕਰ ਉੱਥੋਂ ਦੇ ਲੋਕ ਘੱਟ ਪੜ੍ਹੇ ਲਿਖੇ ਨੇ, ਤਾਂ ਮਤਲਬ ਉੱਥੋਂ ਦੇ ਲੋਕਾਂ ਨੂੰ ਅਨਇੰਪਲੋਇਮੈਂਟ ਦਾ ਸਾਹਮਣਾ ਕਰਨਾ ਪਊਗਾ, ਅਤੇ ਉੱਥੋਂ ਦਾ ਦੇਸ਼ ਜਿਹੜਾ ਉਹ ਗਰੀਬ, ਉਹਦੇ ਵਿੱਚ ਗਰੀਬ ਲੋਕ ਜ਼ਿਆਦਾ ਹੋਣਗੇ, ਠੀਕ ਹੈ। ਨੈਕਸਟ ਪੜ੍ਹਦੇ ਆਪਾਂ। ਇਟ ਇਨਫਲੂਐਂਸਿਸ ਦਾ ਗੇਨਫੁੱਲ ਯੂਟੀਲਾਈਜੇਸ਼ਨ ਆਫ ਨੈਚੁਰਲ ਰਿਸੋਰਸਿਸ। ਜੇ ਲੋਕ ਸਕਿਲਡ ਹੋਣਗੇ, ਜੇ ਲੋਕ ਪੜ੍ਹੇ ਲਿਖੇ ਹੋਣਗੇ, ਠੀਕ ਹੈ, ਤਾਂ ਉੱਥੋਂ ਦੇ ਨੈਚੁਰਲ ਰਿਸੋਰਸਿਸ ਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰਨਗੇ। ਇਨ ਜਨਰਲ ਇਟ ਹੈਜ਼ ਬੀਨ ਓਬਜ਼ਰਵਡ ਦੈਟ ਇਨ ਡਿਵੈਲਪਡ ਕੰਟਰੀਜ਼ ਦਾ ਗਰੋਥ ਰੇਟ ਆਫ ਪਾਪੂਲੇਸ਼ਨ ਇਜ਼ ਲੋ। ਜੇ ਹੁਣ ਦੇਖੋ, ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀ ਗਰੋਥ ਰੇਟ ਹੈ ਜਿਹੜੀ ਉਹ ਘੱਟ ਹੁੰਦੀ ਹੈ। ਦਾ ਸਟੈਂਡਰਡ ਆਫ ਲਿਵਿੰਗ ਇਜ਼ ਹਾਈ, ਤਾਂ ਕਰਕੇ ਉਹਨਾਂ ਦਾ ਲਿਵਿੰਗ ਸਟੈਂਡਰਡ ਹੈ ਜਿਹੜਾ ਉਹ ਹਾਈ ਹੁੰਦਾ ਹੈ। ਰੀਜ਼ਨ ਕੀ ਹੈ ਵੀ ਹੁਣ ਜੇਕਰ ਉਹਨਾਂ ਦੀ ਪਾਪੂਲੇਸ਼ਨ ਗਰੋਥ ਘੱਟ ਹੈ, ਠੀਕ ਹੈ, ਤਾਂ ਮਤਲਬ ਉੱਥੇ ਲਿਮਿਟਡ ਲੋਕ ਰਹਿੰਦੇ ਹੋਣਗੇ, ਬਹੁਤ ਜ਼ਿਆਦਾ ਨਹੀਂ ਹੈਗੇ, ਠੀਕ ਹੈ। ਨੈਚੁਰਲ ਰਿਸੋਰਸਿਸ ਦੀ ਓਵਰ ਐਕਸਪਲੋਇਟੇਸ਼ਨ ਨਹੀਂ ਹੋਊਗੀ, ਠੀਕ ਹੈ। ਮਤਲਬ ਉਹ ਇੱਕ ਵੈਲ ਮੈਨਰਡ ਸੁਸਾਇਟੀ ਦੇ ਵਿੱਚ ਰਹਿੰਦੇ ਹੋਣਗੇ, ਜਿੱਥੇ ਪ੍ਰੋਪਰ ਵਧੀਆ ਵੈਲ ਇਫੈਕਟਿਵ ਮੈਨਰ ਦੇ ਨਾਲ ਨੈਚੁਰਲ ਰਿਸੋਰਸਿਸ ਦਾ ਯੂਜ਼ ਕੀਤਾ ਜਾਂਦਾ ਹੈ, ਉਹਨਾਂ ਦੀ ਦੁਰਵਰਤੋਂ ਨਹੀਂ ਕੀਤੀ ਜਾਂਦੀ, ਠੀਕ ਹੈ। ਸੋ ਕੰਟਰੀ ਓਬਵੀਅਸ ਜੀ ਗੱਲ ਹੈ, ਘੱਟ ਲੋਕਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਾਉਣੀਆਂ ਵੀ ਸੌਖੀਆਂ ਨੇ, ਘੱਟ ਲੋਕਾਂ ਨੂੰ ਪੜ੍ਹਾਉਣਾ ਵੀ ਸੌਖਾ ਹੈ, ਘੱਟ ਲੋਕਾਂ ਨੂੰ ਹੈਲਥ ਫੈਸਿਲਿਟੀਜ਼ ਵੀ ਦੇਣੀਆਂ ਸੌਖੀਆਂ ਨੇ। ਜੇਕਰ ਲੋਕ ਗਿਣਤੀ ਜ਼ਿਆਦਾ ਹੋ ਗਈ, ਹੈ ਨਾ, ਪਾਪੂਲੇਸ਼ਨ ਗਰੋਥ ਹੀ ਜ਼ਿਆਦਾ ਹੋ ਗਈ, ਉਹਨਾਂ ਲਈ ਉਹ ਸਾਰਾ ਕੁਛ ਓਨਾ ਹੀ ਪ੍ਰੋਵਾਈਡ, ਮਤਲਬ ਸੇਮ ਲੈਵਲ ਦਾ ਪ੍ਰੋਵਾਈਡ ਕਰਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਕਿਸੇ ਕੰਟਰੀ ਲਈ। ਦਾ ਸਟੈਂਡਰਡ ਆਫ ਲਿਵਿੰਗ ਇਜ਼ ਹਾਈ, ਤਾਂ ਕਰਕੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਬਹੁਤ ਜ਼ਿਆਦਾ ਹਾਈ ਹੁੰਦਾ ਹੈ, ਮਤਲਬ ਕਿ ਡੈਂਸਲੀ ਪਾਪੂਲੇਟਡ ਏਰੀਆਜ਼ ਦੇ ਨਾਲੋਂ ਜਾਂ ਓਵਰ ਪਾਪੂਲੇਟਡ ਕੰਟਰੀਜ਼ ਦੇ ਨਾਲੋਂ। ਇਟ ਇਜ਼ ਦਾ ਰਿਵਰਸ ਇਨ ਅੰਡਰ ਡਿਵੈਲਪਡ ਐਂਡ ਦਾ ਡਿਵੈਲਪਿੰਗ ਕੰਟਰੀਜ਼। ਯਾਨੀ ਕਿ ਜਿਹੜੀਆਂ ਤਾਂ ਡਿਵੈਲਪਡ ਕੰਟਰੀਜ਼ ਹੁੰਦੀਆਂ ਨੇ, ਉਹਨਾਂ ਦੀ ਪਾਪੂਲੇਸ਼ਨ ਗਰੋਥ ਘੱਟ ਹੁੰਦੀ ਹੈ, ਉਹਨਾਂ ਨੂੰ ਵਧੀਆ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਕਿਉਂਕਿ ਉਹ ਘੱਟ ਹੁੰਦੇ ਨੇ ਗਿਣਤੀ ਦੇ ਵਿੱਚ, ਠੀਕ ਹੈ। ਪਰ ਜਿਹੜੇ ਡਿਵੈਲਪਿੰਗ ਅਤੇ ਅੰਡਰ ਡਿਵੈਲਪਡ ਕੰਟਰੀਜ਼ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਹਾਲਾਤ ਇੱਦੋਂ ਮਾੜੇ ਹੁੰਦੇ ਨੇ, ਇੱਦੋਂ ਓਪੋਜ਼ਿਟ ਹੁੰਦੇ ਨੇ, ਠੀਕ ਹੈ। ਸੋ ਇਹ ਸੀਗਾ ਬੱਚੇ ਆਪਣਾ ਚੈਪਟਰ ਕੰਪਲੀਟ ਹੋ ਚੁੱਕਿਆ, ਇਹਨੂੰ ਸਾਰੇ ਤੁਸੀਂ ਸਟੱਡੀ ਕਰ ਲਿਓ, ਠੀਕ ਹੈ। ਜੇ ਕੋਈ ਦਿੱਕਤ ਲੱਗਦੀ ਹੈ ਤਾਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ, ਕੌਮੈਂਟ ਕਰ ਸਕਦੇ ਹੋ ਤੁਹਾਨੂੰ ਠੀਕ ਲੱਗਿਆ ਤਾਂ, ਠੀਕ ਹੈ। ਨਹੀਂ ਜੇ ਕੋਈ ਪ੍ਰੋਬਲਮ ਆਉਂਦੀ ਹੈ, ਮਤਲਬ ਕੋਈ ਹੋਰ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਹੋ, ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ। ਥੈਂਕ ਯੂ।